ਹੈਲੋ +1 ਕਲਾਸ। ਆਪਾਂ ਡਾਇਮੈਂਸ਼ਨਲ ਐਨਾਲਿਸਿਸ ਕਰ ਰਹੇ ਹਾਂ ਚੈਪਟਰ। ਇਸ ਚੈਪਟਰ ਦੇ ਵਿੱਚ ਡਾਇਮੈਂਸ਼ਨਸ ਦੀ ਐਪਲੀਕੇਸ਼ਨਸ ਕਰ ਰਹੇ ਹਾਂ। ਇੱਕ ਐਪਲੀਕੇਸ਼ਨ ਪਿਛਲੀ ਵੀਡੀਓ 'ਚ ਰਹਿ ਗਈ ਸੀ, ਉਹ ਅੱਜ ਆਪਾਂ ਥਰਡ ਐਪਲੀਕੇਸ਼ਨ ਕਰਾਉਣ ਜਾ ਰਹੇ ਹਾਂ। ਬੱਚੋ, ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਤਾਂ ਤੁਸੀਂ ਆਪਣੀ ਕਾਪੀ ਪੈਨ ਨਾਲ ਲੈ ਕੇ ਬੈਠਿਆ ਕਰੋ। ਜਿਹੜਾ ਵੀ ਮੈਂ ਕੋਈ ਸੋਲਵ ਕਰਾਨੀ ਆ, ਡੈਰੀਵੇਸ਼ਨ ਕਰਾਨੀ ਆ, ਤਾਂ ਵੀਡੀਓ ਪੌਜ਼ ਕਰਕੇ ਆਪਣੇ ਆਪ ਵੀ ਕਰਕੇ ਦੇਖਿਆ ਕਰੋ, ਤਾਂ ਤੁਹਾਨੂੰ ਬਿਲਕੁਲ ਚੰਗੀ ਤਰ੍ਹਾਂ ਸਮਝ ਆਏਗਾ। ਠੀਕ ਹੈ ਬੱਚੋ, ਆਪਾਂ ਕੰਟੀਨਿਊ ਕਰਦੇ ਹਾਂ। ਥਰਡ ਐਪਲੀਕੇਸ਼ਨ ਹੈ ਡਾਇਮੈਂਸ਼ਨਲ ਐਨਾਲਿਸਿਸ ਦੀ, ਡਿਡਿਊਸਿੰਗ ਰਿਲੇਸ਼ਨ ਐਮੰਗ ਦਾ ਫਿਜ਼ੀਕਲ ਕੁਆਂਟੀਟੀਜ਼। ਆਪਾਂ ਨੂੰ ਕੁਝ ਫਿਜ਼ੀਕਲ ਕੁਆਂਟੀਟੀਜ਼ ਦਿੱਤੀਆਂ ਹੋਈਆਂ ਨੇ, ਉਹਨਾਂ ਵਿੱਚ ਆਪਾਂ ਰਿਲੇਸ਼ਨ ਦੱਸਣਾ ਕਿ ਉਹ ਕਿਸ ਤਰ੍ਹਾਂ ਇੱਕ ਦੂਜੇ ਨਾਲ ਕਨੈਕਟਿਡ ਹੈ। ਜਿਸ ਤਰ੍ਹਾਂ ਸਿੰਪਲ ਤੁਸੀਂ ਜੇ ਕਹੋ FMA, ਫੋਰਸ, ਮਾਸ, ਐਕਸਲਰੇਸ਼ਨ, ਇਹ ਆਪਸ 'ਚ ਕਨੈਕਟ ਕਿਵੇਂ ਹੈ? F ਹੁੰਦਾ ਮਾਸ ਇੰਟੂ ਐਕਸਲਰੇਸ਼ਨ। ਮਾਸ ਅਤੇ ਐਕਸਲਰੇਸ਼ਨ ਦੀ ਮਲਟੀਪਲੀਕੇਸ਼ਨ ਨੂੰ ਆਪਾਂ ਫੋਰਸ ਕਹਿੰਦੇ ਹਾਂ। ਇਸ ਤਰ੍ਹਾਂ ਹੀ ਆਪਾਂ ਨੂੰ ਕੁਝ ਹੋਰ ਕੁਆਂਟੀਟੀਜ਼ ਦਿੱਤੀਆਂ ਹੁੰਦੀਆਂ ਨੇ, ਆਪਾਂ ਡਾਇਮੈਂਸ਼ਨਸ ਨਾਲ ਉਹਨਾਂ ਵਿੱਚ ਰਿਲੇਸ਼ਨ ਕਨੈਕਟ ਕਰ ਸਕਦੇ ਹਾਂ, ਇਸਟੈਬਲਿਸ਼ ਕਰ ਸਕਦੇ ਹਾਂ। The method of dimensions can sometimes be used to deduce relation among the physical quantities. For this, we should know the dependence of the physical quantity on other quantity up to 3 physical quantities or linearly independent variables, and consider it as a product type of the dependence. ਇਹ ਤੁਸੀਂ ਇਹਦੇ ਵਿੱਚ ਪੜ੍ਹੋਗੇ ਕਿ ਡਾਇਮੈਂਸ਼ਨਲ ਐਨਾਲਿਸਿਸ ਦੀ ਕੁਝ ਲਿਮੀਟੇਸ਼ਨਸ ਹੁੰਦੀਆਂ, ਕੁਝ ਡਰਾਬੈਕਸ ਹੁੰਦੇ ਆ, ਡੀਮੈਰਿਟਸ ਹੁੰਦੇ ਆ। ਠੀਕ ਹੈ, ਹੁਣ ਇਸ ਜਿਹੜਾ ਮੈਂਸ਼ਨ ਕੀਤਾ ਹੋਇਆ ਕਿ ਫਿਜ਼ੀਕਲ ਕੁਆਂਟੀਟੀਜ਼, ਆਪਾਂ 3 ਫਿਜ਼ੀਕਲ ਕੁਆਂਟੀਟੀਜ਼ ਦਾ ਹੀ ਰਿਲੇਸ਼ਨ ਫਾਈਂਡ ਆਊਟ ਕਰ ਸਕਦੇ ਹਾਂ। ਠੀਕ ਹੈ, ਇਸ ਤੋਂ ਇਲਾਵਾ ਜੇ ਕੋਈ ਹੋਰ ਫਿਜ਼ੀਕਲ ਕੁਆਂਟੀਟੀ ਹੈਗੀ ਆ ਤਾਂ ਉਹਦਾ ਆਪਾਂ ਰਿਲੇਸ਼ਨ ਫਾਈਂਡ ਆਊਟ ਕਰਨ 'ਚ ਪ੍ਰੋਬਲਮ ਆਏਗੀ। ਐਗਜ਼ਾਮਪਲ, ਹੁਣ ਜਿਹਦੇ ਵਿੱਚ ਆਪਾਂ ਫਾਈਂਡ ਆਊਟ ਕਰਨਾ ਰਿਲੇਸ਼ਨ। ਠੀਕ ਹੈ, ਆਪਣੇ ਕੋਲ ਇੱਕ ਪੈਂਡੂਲਮ ਹੈ, ਕੰਸੀਡਰ ਅ ਸਿੰਪਲ ਪੈਂਡੂਲਮ ਹੈਵਿੰਗ ਅ ਬੋਬ ਅਟੈਚ ਟੂ ਅ ਸਟਰਿੰਗ। ਇੱਕ ਸਟਰਿੰਗ ਦੇ ਨਾਲ ਬੋਬ ਅਟੈਚ ਹੈ, ਸਮਝ ਰਹੇ ਹੋ? ਦਿਸ ਇਜ਼ ਪੈਂਡੂਲਮ। ਠੀਕ ਹੈ, ਇਸ ਨੂੰ ਬੋਬ ਕਹਿੰਦੇ ਆ, ਇਸ ਨੂੰ ਸਟਰਿੰਗ ਕਹਿੰਦੇ ਆ। ਇਹ ਜਿਹੜਾ ਪੈਂਡੂਲਮ ਹੈ ਇਸ ਤਰ੍ਹਾਂ ਮੂਵ ਕਰ ਰਿਹਾ, oscillates ਕਰ ਰਿਹਾ under the action of the force of gravity. Suppose that the period of oscillation of the simple pendulum depends on its length and mass of the bob and acceleration due to gravity. ਹੁਣ ਜਿਹੜਾ ਇਹ ਬੋਬ ਹੈ, ਇਹਦੀ ਜਿਹੜੀ oscillations ਹੈ, ਠੀਕ ਹੈ, oscillation ਫਸਟ ਟਾਈਮ ਇੱਥੋਂ ਇੱਥੇ ਗਿਆ, ਫਿਰ ਵਾਪਿਸ ਆਇਆ, ਦੈਨ ਫਿਰ ਦੂਸਰੀ ਸਾਈਡ ਐਂਡ ਵਾਪਿਸ ਮੇਨ ਪੋਜੀਸ਼ਨ 'ਤੇ। ਠੀਕ ਹੈ, ਹੁਣ ਇਹਦੀ ਇਹ ਵਾਲੀ oscillation 1 oscillation ਹੋ ਗਈ। ਠੀਕ ਹੈ, ਇਹ oscillation ਕਿਤੇ ਡਿਪੈਂਡ ਕਰੇਗੀ? ਇਸ L 'ਤੇ, ਲੈਂਥ 'ਤੇ, ਇਸ ਬੋਬ ਦੀ ਮਾਸ 'ਤੇ ਐਂਡ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਠੀਕ ਹੈ, ਇਹਨਾਂ 3 ਜਿਹੜੀ ਕੁਆਂਟੀਟੀਜ਼ 'ਤੇ ਡਿਪੈਂਡ ਕਰੇਗੀ। ਆਪਾਂ ਐਕਸਪ੍ਰੈਸ਼ਨ ਡਰਾਈਵ ਕਰਨਾ ਹੈ ਕਿ ਆਪਸ 'ਚ ਇਹਨਾਂ ਵਿੱਚ ਕੀ ਇਕੁਏਸ਼ਨ ਬਣਦੀ ਹੈ। ਟਾਈਮ ਪੀਰੀਅਡ ਦੀ ਕਿਸ 'ਤੇ ਡਿਪੈਂਡ ਕਰਦਾ ਹੈ? L, M ਅਤੇ G 'ਤੇ ਕਿਵੇਂ ਡਿਪੈਂਡ ਕਰਦਾ? ਠੀਕ ਹੈ, ਉਸਦੀ ਪਾਵਰ ਕੀ ਹੁੰਦੀ ਹੈ, ਨਿਊਮੀਰੇਟਰ 'ਚ ਕੀ ਆਉਂਦਾ ਹੈ, ਡਿਨੋਮੀਨੇਟਰ 'ਚ ਕੀ ਆਉਂਦਾ, ਇਹ ਸਾਰਾ ਕੁਝ। The dependence of time period T on the quantities L, G and M as a product may be written as, ਇੱਕ ਵਾਰੀ ਆਪਾਂ ਇਸ ਤਰ੍ਹਾਂ ਲਿਖ ਲੈਂਦੇ ਹਾਂ ਕਿ ਟਾਈਮ ਪੀਰੀਅਡ ਇਜ਼ ਇਕੁਅਲ ਟੂ K ਕਾਂਸਟੈਂਟ ਹੈ, L ਲੈਂਥ ਹੈ, L ਦੀ ਪਾਵਰ X ਇੰਟੂ M ਦੀ ਪਾਵਰ Y ਇੰਟੂ G ਦੀ ਪਾਵਰ Z। ਇਹ ਆਪਾਂ ਆਪਣੇ ਵੱਲੋਂ ਕੰਸੀਡਰ ਕਰ ਲਿਆ। K ਡਾਇਮੈਂਸ਼ਨਲ ਕਾਂਸਟੈਂਟ ਹੈ, X, Y ਐਂਡ Z ਪਾਵਰਸ ਹੈ ਤਿੰਨੇ ਕੁਆਂਟੀਟੀਜ਼ ਦੀਆਂ। The dimensions of the quantities involved in the equations are, M ਦੀ ਡਾਇਮੈਂਸ਼ਨਸ, ਹੁਣ ਦੇਖੋ ਇਹਦੇ ਵਿੱਚ ਕੀ ਸੀ? M, L ਅਤੇ T ਹੈ ਨਾ, ਐਂਡ G ਹੈ। ਸਭ ਤੋਂ ਪਹਿਲਾਂ ਇਹ
ਚਾਰੇ ਕੁਆਂਟੀਟੀਜ਼ ਦੇ ਆਪਾਂ ਡਾਇਮੈਂਸ਼ਨ ਲਿਖ ਲੈਂਦੇ ਆ। ਠੀਕ ਹੈ, m ਮਾਸ ਹੈ, ਮਾਸ ਦੀ ਡਾਇਮੈਂਸ਼ਨਸ L0 T0 ਹੁੰਦਾ ਹੈ, ਕੱਲਾ ਮਾਸ 1 ਹੋਏਗਾ। ਠੀਕ ਹੈ, ਉਸ ਤੋਂ ਬਾਅਦ L ਦੇ ਵਿੱਚ ਓਨਲੀ ਲੈਂਥ ਦੀ ਪਾਵਰ 1 ਆਏਗੀ, G ਦੀ ਐਕਸਲਰੇਸ਼ਨ ਵਾਲੀ ਆਏਗੀ, m 0 ਹੋਏਗਾ, L T-2। ਠੀਕ ਹੈ, ਐਕਸਲਰੇਸ਼ਨ ਵਾਲੀ ਜਿਹੜੀ ਹੈਗੀ ਹੈ ਡਾਇਮੈਂਸ਼ਨਸ ਉਹੀ G ਦੀ ਹੁੰਦੀਆਂ ਨੇ। ਟਾਈਮ ਪੀਰੀਅਡ T ਦੇ ਵਿੱਚ m 0 ਹੋਏਗਾ, ਕੋਈ ਮਾਸ ਨਹੀਂ ਹੁੰਦਾ, ਲੈਂਥ 0 ਹੋਏਗੀ, ਐਂਡ T 1 ਹੋਏਗੀ। ਇਹ ਸਾਰੀਆਂ ਡਾਇਮੈਂਸ਼ਨਸ ਹੋ ਗਈਆਂ। ਹੁਣ ਇਹ ਸਾਰੀਆਂ ਡਾਇਮੈਂਸ਼ਨਸ ਆਪਾਂ ਇਸ ਇਕੁਏਸ਼ਨ ਦੇ ਵਿੱਚ ਪੁੱਟ ਕਰਨੀਆਂ ਨੇ। ਦੇਖੋ m l g and t ਸਾਰੀ ਡਾਇਮੈਂਸ਼ਨਸ ਆਪਾਂ ਪੁੱਟ ਕਰਤੀਆਂ। ਉਸ ਤੋਂ ਬਾਅਦ ਇਹ ਫਰਸਟ ਕੁਆਂਟੀਟੀ, ਸੈਕਿੰਡ ਐਂਡ ਥਰਡ, ਇਸ ਵਿੱਚ ਸਭ ਤੋਂ ਪਹਿਲਾਂ m ਦੀ ਲਓ। m ਦੀ ਪਾਵਰ ਫਸਟ 'ਚ ਕੀ ਹੈ 0 × x ਹੈ। ਠੀਕ ਹੈ, 0 ਹੋ ਗਿਆ। ਦੈਨ ਸੈਕਿੰਡ 'ਚ ਕੀ ਹੈ m ਦੀ ਪਾਵਰ 1 ਹੈ, ਉੱਪਰ y ਹੈ, 1 × y my ਹੋ ਗਿਆ। ਅੱਗੇ l 'ਚ ਆ ਜਾਓ। ਫਸਟ ਦੇ ਵਿੱਚ l ਦੀ ਪਾਵਰ x, ਸੈਕਿੰਡ ਦੇ ਵਿੱਚ l 0 ਹੈ, ਥਰਡ ਦੇ ਵਿੱਚ ਅਗੇਨ l z ਹੈ। ਮਤਲਬ ਟੋਟਲ l ਦੀ ਕੀ ਹੋ ਗਈ l x + z। ਜਦੋਂ ਇਹ ਮਲਟੀਪਲਾਈ ਹੋ ਰਹੇ ਹੋਣ, ਇਹ ਤਿੰਨੇ ਟਰਮਸ ਮਲਟੀਪਲਾਈ ਹੋ ਰਹੇ ਹੋਣ ਤਾਂ ਇਹਨਾਂ ਦੀ ਪਾਵਰਸ ਐਡ ਹੁੰਦੀਆਂ। ਠੀਕ ਹੈ, ਉਸ ਤੋਂ ਬਾਅਦ t ਤੇ ਆ ਜਾਓ। ਫਸਟ ਟਰਮ 'ਚ t 0 ਹੈ, 0 × x 0, ਸੈਕਿੰਡ ਟਰਮ 'ਚ ਫਿਰ t 0 ਹੈ, 0 × y 0, ਥਰਡ ਦੇ ਵਿੱਚ t ਦੀ ਪਾਵਰ -2 ਹੈ, ਇੰਟੂ z ਹੈ, ਮਤਲਬ t ਦੀ ਪਾਵਰ -2z। ਰਾਈਟ, ਇੱਧਰ ਵਾਲੀ ਟਰਮ ਸੇਮ ਇਸ ਤਰ੍ਹਾਂ ਹੀ ਰਹੇਗੀ। ਉਸ ਤੋਂ ਬਾਅਦ ਨੈਕਸਟ ਸਟੈਪ ਹੈ ਆਪਾਂ ਇਹਦੀ ਜਿਹੜੀ ਪਾਵਰਸ ਹੈ ਉਹਨੂੰ ਇਕੁਏਟ ਕਰ ਦੇਣਾ। ਠੀਕ ਹੈ, y 0, m ਦੀ ਪਾਵਰ y, ਇੱਧਰ m ਦੀ ਪਾਵਰ 0, ਮਤਲਬ y 0 ਹੈ। x + z, l ਦੀ ਪਾਵਰ ਇੱਥੇ x + z ਹੈ, ਇੱਥੇ l ਦੀ ਪਾਵਰ 0 ਹੈ, ਮਤਲਬ x + z = 0। ਇੱਥੇ t ਦੀ ਪਾਵਰ -2z ਹੈ, ਇੱਥੇ t ਦੀ ਪਾਵਰ 1 ਹੈ, ਮਤਲਬ -2z = 1। ਆਪਣੇ ਕੋਲ ਇਹ ਮੈਥਮੈਟਿਕਲੀ ਸੋਲਵ ਕਰਕੇ ਆ ਜਾਏਗਾ x 1/2, y 0, z ਦੀ ਪਾਵਰ -1/2। ਇਹ ਤੁਸੀਂ ਈਜ਼ਲੀ ਕਰ ਸਕਦੇ ਹੋ, ਬਹੁਤ ਛੋਟੀ ਕਲਾਸਾਂ 'ਚ ਇੰਨਾ ਤੁਸੀਂ ਕੀਤਾ ਹੋਇਆ। ਉਸ ਤੋਂ ਬਾਅਦ ਆਪਾਂ ਇਹ ਸਾਰੀ ਪਾਵਰਸ ਇਹਦੇ ਵਿੱਚ ਪੁੱਟ ਕਰਨੀਆਂ। ਜਿਹੜਾ ਆਪਣੇ ਕੋਲੇ ਫਾਰਮੂਲਾ ਸੀਗਾ l ਦੀ ਪਾਵਰ x ਸੀ, ਮਤਲਬ x ਦੀ ਜਗ੍ਹਾ ਆਪਾਂ 1/2 ਪੁੱਟ ਕਰਨਾ ਹੈ। g ਦੀ ਪਾਵਰ y ਸੀ, m ਦੀ ਪਾਵਰ y ਸੀਗੀ, y 0 ਹੈ, ਇਸ ਕਰਕੇ ਇਸ ਨੂੰ ਨਹੀਂ ਲੈਣਾ ਹੈਗਾ ਆਪਾਂ। g ਦੀ ਪਾਵਰ z ਸੀਗੀ, z ਆਪਣੇ ਕੋਲ -1/2 ਆ ਗਿਆ। ਠੀਕ ਹੈ, ਆਪਣੇ ਕੋਲ ਫਾਰਮੂਲਾ ਆ ਗਿਆ t = k, l ਦੀ ਪਾਵਰ 1/2 ਹੈ, ਇਸ ਕਰਕੇ ਅੰਡਰਰੂਟ ਆ ਗਿਆ। g ਦੀ ਪਾਵਰ -1/2 ਹੈ, ਇਸ ਕਰਕੇ g ਡਿਨੋਮੀਨੇਟਰ 'ਚ ਆ ਗਿਆ, ਔਰ ਉਹਦਾ ਵੀ ਸਕੁਅਰ ਰੂਟ ਲੱਗੇਗਾ। ਠੀਕ ਹੈ, the value of k is 2π and determined from other methods। ਚਲੋ ਇਸ 'ਚ k ਦੀ ਵੈਲਿਊ ਆਪਾਂ ਮੈਂਸ਼ਨ ਕਰਤੀ, ਬਟ t l ਐਂਡ g ਦੇ ਵਿੱਚ m ਤਾਂ ਹੈ ਹੀ ਨਹੀਂਗਾ ਇਹਦੇ ਵਿੱਚ। ਠੀਕ ਹੈ, t l ਐਂਡ g ਦੇ ਵਿੱਚ ਆ ਰਿਲੇਸ਼ਨ ਆਪਾਂ ਡਰਾਈਵ ਕਰਤਾ। ਹੁਣ ਡਾਇਮੈਂਸ਼ਨਲ ਐਨਾਲਿਸਿਸ ਨਾਲ ਆਪਾਂ ਇਹ ਇਸ ਤਰ੍ਹਾਂ ਫਾਰਮੂਲਾ ਵੀ ਡਰਾਈਵ ਕਰ ਸਕਦੇ ਹਾਂ। ਠੀਕ ਹੈ, ਦਿਸ ਇਜ਼ ਦੀ ਫਾਈਨਲ ਫਾਰਮੂਲਾ। ਉਸ ਤੋਂ ਨੈਕਸਟ ਹੈ ਡੀਮੈਰਿਟਸ ਆਫ ਡਾਇਮੈਂਸ਼ਨਲ ਐਨਾਲਿਸਿਸ। ਆਪਾਂ ਇਸ ਡਾਇਮੈਂਸ਼ਨਸ ਨਾਲ ਕੀ ਕੁਝ ਨਹੀਂ ਕਰ ਸਕਦੇ ਹੈਗੇ। The dimensional analysis cannot be used in the following cases. Number 1, the value of constants
in an equation cannot be determined as the constants do not have dimensions। ठीक है, constant ਦੀ dimensions नहीं ਹੁੰਦੀਆਂ ਹੈਗੀਆਂ, that means ਆਪਾਂ ਉਹਨਾਂ ਦੀ value ਵੀ find out नहीं कर सकते। this is the first drawback। second है only dimensional consistency and not the physical consistency can be tested। ठीक है, डायमेंशनली ही कह सकते हैं ਆਪਾਂ ਕੋਈ ਇਕੁਏਸ਼ਨ ਕਰੈਕਟ ਹੈ ਜਾਂ ਨਹੀਂ। ਫਿਜ਼ੀਕਲ ਜਦੋਂ ਆਪਾਂ ਉਹਨੂੰ ਕਰਕੇ ਦੇਖਣ ਲੱਗਦੇ ਹਾਂ ਦੈਨ ਉਹ ਰੋਂਗ ਪ੍ਰੂਵ ਹੋ ਜਾਂਦੀ ਹੈ। ਐਕਸਪੈਰੀਮੈਂਟਲੀ ਜਾਂ ਕੈਲਕੂਲਸ ਮੈਥਡ ਨਾਲ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਰੋਂਗ ਪ੍ਰੂਵ ਹੋ ਜਾਂਦੀ ਹੈ। ਥਰਡ ਹੈ dimensions can be found from the physical quantity but physical quantity cannot be always guessed from dimensions because two or more quantities may have same dimensions। ਤੁਹਾਨੂੰ ਇੱਕ ਪਿਛਲੀ ਵੀਡੀਓ 'ਚ ਕਰਾਇਆ ਸੀਗਾ, ਕੁਝ ਕੁਆਂਟੀਟੀਜ਼ ਦੱਸੀਆਂ ਸੀ ਜਿਨ੍ਹਾਂ ਦੀ ਡਾਇਮੈਂਸ਼ਨ ਸੇਮ ਹੁੰਦੀ ਹੈ। ਹੁਣ ਜੇ ਡਾਇਮੈਂਸ਼ਨ ਹੀ ਸੇਮ ਹੁੰਦੀ ਹੈ ਦੈਨ ਆਪਾਂ ਸ਼ਿਓਰਲੀ ਕਿਵੇਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਕਿਹੜੀ ਫਿਜ਼ੀਕਲ ਕੁਆਂਟੀਟੀ ਹੋਏਗੀ। ਜਿਵੇਂ ਤੁਹਾਨੂੰ ਦੱਸਿਆ ਸੀ ਇੰਪਲਸ ਅਤੇ ਮੋਮੈਂਟਮ ਦੀ ਡਾਇਮੈਂਸ਼ਨ ਸੇਮ ਹੋ ਗਈਆਂ। ਠੀਕ ਹੈ, ਦੈਨ ਯੂ ਕਾਂਟ ਸੇ ਡੈਫੀਨੇਟਲੀ ਕਿ ਇਹ ਫਾਰਮੂਲਾ ਵਿੱਚ ਇੰਪਲਸ ਹੈ ਜਾਂ ਮੋਮੈਂਟਮ ਹੈ। The equation containing the dependency on more than 3 quantities cannot be determined using only M, L and T। ਆਪਾਂ ਦੇਖੋ ਡਾਇਮੈਂਸ਼ਨਸ 'ਚ ਹੀ 3 ਕੁਆਂਟੀਟੀਜ਼ ਯੂਜ਼ ਕੀਤੀਆਂ ਨੇ ਨਾ, M, L and T, ਪਰ ਸਾਰੀ ਇਕੁਏਸ਼ਨਸ ਆਪਾਂ ਇਹਨਾਂ ਦਿਨ ਕੁਆਂਟੀਟੀਜ਼ ਨਾਲ ਨਹੀਂ ਦੱਸ ਸਕਦੇ ਹੈਗੇ। ਆਪਾਂ ਨੂੰ ਹੋਰ ਵੀ ਕੁਆਂਟੀਟੀਜ਼ ਦੀ ਲੋੜ ਪੈਂਦੀ ਹੈ ਬਟ ਉਹ ਡਾਇਮੈਂਸ਼ਨਲ ਐਨਾਲਿਸਿਸ ਦੱਸਦਾ ਹੀ ਨਹੀਂ ਹੈਗਾ। ਜਿਸ ਤਰ੍ਹਾਂ ਜਿਹਦੇ ਵਿੱਚ 4 ਇੰਡੀਪੈਂਡੈਂਟ ਕੁਆਂਟੀਟੀਜ਼ ਇਨਵੋਲਵ ਹੈ, 4 ਵੇਰੀਏਬਲਸ ਇਨਵੋਲਵ ਹੈ, ਤਾਂ ਆਪਾਂ ਉਸ ਇਕੁਏਸ਼ਨਸ ਨੂੰ ਆਪਾਂ ਨਹੀਂ ਦੱਸ ਸਕਦੇ ਹੈਗੇ। ਨੈਕਸਟ ਪੁਆਇੰਟ ਹੈ the equation containing exponential trigonometric logarithm function cannot be derived as they do not have dimensions। ठीक है, ਜੇ ਇਸ ਤਰ੍ਹਾਂ ਦੀ ਕੋਈ ਆ ਗਈ ਪਾਵਰ ਵਾਲੀ, ਟ੍ਰਿਗਨੋਮੈਟਰੀ ਵਾਲੀ ਜਾਂ ਲੌਗ ਵਾਲੀ ਆ ਗਈ, ਠੀਕ ਹੈ, ਉਹ ਆਪਾਂ ਡਾਇਮੈਂਸ਼ਨਲ ਇਕੁਏਸ਼ਨਸ ਨਹੀਂ ਦੱਸ ਸਕਦੇ ਹੈਗੇ। The equation having the relations other than products quotients cannot be derived। ਪ੍ਰੋਡਕਟ ਤੋਂ ਜਾਂ ਕੁਐਸ਼ਨਟਸ ਮਤਲਬ ਡਿਵਾਈਡ ਕਰਕੇ ਆਪਾਂ ਕੋਈ ਕੁਆਂਟੀਟੀਜ਼ ਦੀ ਇਕੁਏਸ਼ਨ ਬਣਾ ਰਹੇ ਹਾਂ ਉਹ ਤਾਂ ਠੀਕ ਹੈ, ਡਾਇਮੈਂਸ਼ਨ ਦੱਸ ਦੇਗਾ, ਪਰ ਇਸ ਤੋਂ ਇਲਾਵਾ ਕੋਈ ਹੋਰ ਆਪਰੇਸ਼ਨ ਹੈ ਉਹਦੇ ਵਿੱਚ, ਠੀਕ ਹੈ, ਕੁਆਂਟੀਟੀਜ਼ ਦੇ ਵਿੱਚ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਲੌਗ ਹੈ, ਟ੍ਰਿਗਨੋਮੈਟਰੀ ਹੈ ਜਾਂ ਪਾਵਰ ਹੈ, ਉਹ ਆਪਾਂ ਡਾਇਮੈਂਸ਼ਨਸ ਨਾਲ ਨਹੀਂ ਦੱਸ ਸਕਦੇ ਹੈਗੇ। ਉਸ ਤੋਂ ਬਾਅਦ ਆਉਣਾ ਆਪਾਂ ਦੱਸਣਾ ਤੁਹਾਨੂੰ ਡਾਇਮੈਂਸ਼ਨ ਫਾਰਮੂਲਾਜ਼ ਫॉर ਸਮ ਫਿਜ਼ੀਕਲ ਕੁਆਂਟੀਟੀਜ਼। ਇਸ ਤੁਹਾਨੂੰ ਫਿਜ਼ੀਕਲ ਕੁਆਂਟੀਟੀਜ਼ ਦੇਖੋ ਬਹੁਤ ਹੈ, ਕੁਛ ਤਾਂ ਤੁਸੀਂ +1 'ਚ ਪੜ੍ਹੋਗੇ, ਕੁਛ ਅੱਗੇ ਜਾ ਕੇ +2 'ਚ ਪੜ੍ਹੋਗੇ, ਬਟ ਇਸ ਟਾਈਮ ਇਸ ਫਸਟ ਚੈਪਟਰ ਦੇ ਵਿੱਚ ਆਪਾਂ ਜਸਟ ਉਹਦਾ ਫਾਰਮੂਲਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਅਤੇ ਉਸ ਫਾਰਮੂਲੇ ਵਿੱਚ ਕੀ ਕੀ ਕੁਆਂਟੀਟੀਜ਼ ਇਨਵੋਲਵ ਹੈ ਅਤੇ ਉਹਦੇ ਨਾਲ ਆਪਾਂ ਉਹਦੀ ਡਾਇਮੈਂਸ਼ਨਸ ਫਾਈਂਡ ਆਊਟ ਕਰ ਸਕਦੇ ਹਾਂ। ਇਹ ਨਾ ਸੋਚਿਓ ਕਿ ਸਾਨੇ ਤਾਂ ਇਹ ਟਰਮ ਪੜ੍ਹੀ ਨਹੀਂ ਹੈਗੀ, ਕਿਉਂਕਿ ਆਪਾਂ ਟਰਮ ਦੀ ਡਿਟੇਲ 'ਚ ਨਹੀਂ ਜਾਣਾ ਹੈਗਾ, ਜਸਟ ਆਪਾਂ ਉਹਨਾਂ ਦੀ ਡਾਇਮੈਂਸ਼ਨਸ ਫਾਰਮੂਲਾ ਹੀ ਦੇਖਣਾ। ਦੇਖੋ ਸਭ ਤੋਂ ਪਹਿਲਾਂ ਲੈਂਥ ਫੰਡਾਮੈਂਟਲ ਹੈ। ਇਹ ਲੈਂਥ ਦੀ ਡਾਇਮੈਂਸ਼ਨਸ M0, L0, T0, ਠੀਕ ਹੈ। ਯੂਨਿਟ ਕੀ ਹੈ? ਮੀਟਰ। ਉਸ ਤੋਂ ਬਾਅਦ ਮਾਸ ਵੀ ਫੰਡਾਮੈਂਟਲ ਹੈ। ਮਾਸ ਦੇ ਵਿੱਚ ਲੈਂਥ ਤੇ ਟਾਈਮ 0 ਹੋ ਜਾਏਗਾ, ਓਨਲੀ M ਦੀ ਪਾਵਰ 1 ਆਏਗੀ। ਇਸ ਦਾ ਯੂਨਿਟ ਹੈ kg। ਦੈਨ ਟਾਈਮ ਵੀ ਫੰਡਾਮੈਂਟਲ ਹੈ। ਟਾਈਮ ਦੇ ਵਿੱਚ M 0 ਹੋ ਜਾਏਗਾ, L 0 ਹੋ ਜਾਏਗਾ, T ਦੀ ਪਾਵਰ 1 ਆਏਗੀ, ਯੂਨਿਟ ਹੋ ਗਿਆ ਇਹਦਾ S। ਹੁਣ ਦੇਖੋ ਏਰੀਆ ਦੇ ਵਿੱਚ ਕੀ ਹੈ? ਏਰੀਆ ਹੁੰਦਾ ਲੈਂਥ ਇਨਟੂ ਬ੍ਰੈਡਥ। 2 ਲੈਂਥਸ ਆ ਗਈਆਂ ਨਾ। ਹੁਣ ਲੈਂਥ ਇਨਟੂ ਬ੍ਰੈਡਥ ਨੂੰ ਆਪਾਂ ਕਿਵੇਂ ਡਿਨੋਟ ਕਰ ਸਕਦੇ ਹਾਂ? ਮਾਸ ਟਾਈਮ ਨਾਲ ਤਾਂ ਨਹੀਂ ਡਿਨੋਟ ਕਰਾਂਗੇ ਨਾ ਬ੍ਰੈਡਥ ਨੂੰ ਕਰਾਂਗੇ ਡਿਨੋਟ ਤਾਂ ਲੈਂਥ ਨਾਲ ਹੀ, ਠੀਕ ਹੈ। ਮਾਸ ਤੇ ਟਾਈਮ ਇਸ 'ਚ 0 ਆਏਗਾ, 2 ਲੈਂਥ ਆ ਜਾਣਗੀਆਂ, ਇਸ ਕਰਕੇ ਆ ਜਾਏਗਾ L ਦੀ ਪਾਵਰ 2।
और ਇਹਦਾ यूनिट होएगा मीटर स्क्वायर। ठीक है, एरिया ਤੁਹਾਨੂੰ पता ही है। इस तरह ही वॉल्यूम। ठीक है, लीनियर डेंसिटी ਹੁੰਦਾ मास पर यूनिट लेंथ। इस चों मास आ गया। लेंथ देखो पर यूनिट है, अपॉन करके लेंथ है, इस करके एल दी पावर -1 आएगी। टाइम है ही नहीं इस करके T0। दिस इज़ द यूनिट किलोग्राम पर मीटर। उस तो बाद है मास डेंसिटी होंगी है मास अपॉन वॉल्यूम। देखिए वॉल्यूम वाले तो आपां यही वाला चक्कना है जिहड़ा आपां ये पढ़ के गए। ठीक है, उस दे नाल एक मास आ गया। ठीक है, वॉल्यूम वाले विच मास नहीं सीगा, पर हुण मास डेंसिटी दे विच M1 L-3 T0। दिस विल बी इट्स यूनिट किलोग्राम पर मीटर क्यूब। उस तो बाद आ जाओ स्पैसिफिक ग्रैविटी और रिलेटिव डेंसिटी। दिस टर्म मतलब डेंसिटी ऑफ द सबस्टांस। ठीक है, डेंसिटी ऑफ सबस्टांस अपॉन डेंसिटी ऑफ वाटर, दो डेंसिटियाँ आ गई। डेंसिटी अपॉन डेंसिटी मतलब कैंसल हो जाएगी, इस करके यदि कोई भी डायमेंशन सारियां 0 होंदियां ने, M0 L0 T0, क्योंकि डेंसिटी की डायमेंशन अपॉन डेंसिटी की डायमेंशन तिन्ने दोने कैंसल हो जाएंगियां। स्पैसिफिक वॉल्यूम 1 अपॉन डेंसिटी होंदा है। ठीक है, 1 अपॉन डेंसिटी इस करके ही इनवर्स हो जाएगा M आ वाली इक्वेशन का, M की पावर -1। ठीक है, L3 एंड T0। उस तो बाद टाइम पीरीयड दे विच कल्ला टाइम आएगा M0 L0 एंड कल्ला T टाइम आएगा। टाइम पीरीयड का यूनिट S हुंदा है। फ्रीकुएंसी दे विच 1 अपॉन टाइम पीरीयड हुंदा है, मतलब T की पावर -1 आ जाएगी। ठीक है, फ्रीकुएंसी की यूनिट हुंदी है हर्ट्स। उस तो बाद होर जनरल जिहड़े हैगे हैं क्वांटिटीज़ हैं, बड़ी सिंपल क्वांटिटीज़ हैं मकैनिक्स दियाँ। यह मकैनिक्स की क्वांटिटीज़ तुसी इसे +1 च ही सारियां रीड करोगे। पूरी डिटेल च है, तो पूरे फुल चैप्टर है। जिस तरह तुसी वेलोसिटी ग्रेडियंट एक्सलेशन आपां नैक्सट यूनिट पढ़ांगे कैनेमैटिक्स, उहदे विच सारी टर्म्स आउणगियां। फोर्स का तुहाडा पूरा फुल चैप्टर है। तुसी ये वाली टर्म्स देख के, इन्हां दा फार्मूला देख के अपने अपने दी डायमेंशनस कापी ते कढ़नियां ने। ठीक है, हरेक डायमेंशनस तुहानूं कढ़नी आनी चाहिए है। तुहानूं ये जिहड़े 1 नंबर का क्वेश्चन आंदा ऑब्जैक्टिव टाइप, ਉਹਦੇ ਵਿੱਚ इस तरह का क्वेश्चन आ सकता है, राइट द डायमेंशनल फार्मूला ऑफ मोमेंटम। ठीक है, हुण जे तुसी मोमेंटम लिखता दैन तुहानूं मास इंटू वेलोसिटी है पता है मोमेंटम का फार्मूला, तो इस तरह जिहड़ी आ डायमेंशनस है फाइंड आउट करनी आनी चाहिए है। ठीक है, इस तरह क्वेश्चन आएगा तुहानूं। उस तो बाद मकैनिक्स के कुछ होर है, वर्क, एनर्जी डेंसिटी, पावर, प्रेशर हेड। ठीक है, ये सारी टर्म्स से तुसी फैमिलीयर हो, बट अगे डिटेल भी पढ़नी है। तुसी इन्हां दा स्क्रीनशॉट लैके तुसी अपने आप कॉपीज़ ते करके देखना है। इस देखो ग्रेविटेशन दे जिहड़े हैगे हैं फार्मूले एंड उन्हां दी डायमेंशनस हैं। तुसी आप अपने आप करोगे तो ही तुहानूं लगेगा कि तुहानूं समझ आ गया। ठीक है, उस तो बाद रोटेशनल मोशन। हुण तुसी इस हाले फैमिलीयर नहीं है, एंगूलर वेलोसिटी, एंगूलर इंपल्स, एंगूलर फ्रीकुएंसी, बट इस +1 तुसी अगले चैप्टर्स से ये बिल्कुल क्लीयर हो जाएगा तुहानूं। ठीक है, फिलहाल तुसी ये सारे जिवें तुहानूं एंगूलर इंपल्स दिता हुआ तो तुसी देखोगे टॉर्क इनटू टाइम, ये याद करना है। जो तुहानूं याद हो गया तो यह डायमेंशनल फार्मूला तुसी बड़ी ईजिली कढ़ सकते हो। प्रॉपर्टीज ऑफ मैटर दे हैं कुछ, स्ट्रेस, स्ट्रेन,
मॉडुलस ऑफ इलास्टिसिटी, बल्क मॉडुलस, कंप्रेसिबिलिटी, पॉइसन्स रेशो। देखो रेशो आ गई ना, दो सेम टर्म्स की रेशो आ गई, तो यदा जोड़ा है डायमेंशनल फार्मूला M0 L0 T0 हो जाएगा। सरफेस टेंशन, देखो सरफेस टेंशन च सिंपल डायमेंशनल फार्मूला कटना बहुत सिंपल है, बस थोड़ा ये पता होना चाहिए भी सरफेस टेंशन फोर्स अपॉन लेंथ के इक्वल होंगे। सरफेस एनर्जी, एनर्जी अपॉन एरिया, कोफिशिएंट ऑफ विस्कोसिटी, यदि डायमेंशन तुसी कट सकते हो। नाल नाल तुसी जिहड़े यूनिट दिते भी हैं ये भी लर्न करने हैं। उस तो बाद हीट नाल रिलेटेड कुछ टर्म्स हैगियां। हीट, हीट इज़ अ फॉर्म ऑफ एनर्जी, सो एनर्जी वाला ही डायमेंशनल फार्मूला है दा, ठीक है। टैंपरेचर दे विच तुसी नाल थीटा भी ऐड करना है। इस तरह ही टैंपरेचर ग्रेडियंट, ठीक है। थर्मल कैपेसिटी, ये जेडे हीट नाल रिलेटेड है, इस तुसी थीटा भी नाल लेना है। जदों भी टैंपरेचर आ गया नाल तुसी थीटा नाल मैंशन करना है डायमेंशनस। हीट दे थोड़े जे कुछ होर हैं। इत्थे ये वीडियो पॉज करके तुसी सारे अपने कापी ते नोट डाउन करने हैं, तो अपने आप कढ़ के भी देखने हैं कि वाकई ये ठीक आ रहे हैं। और जिथे भी कोई प्रॉब्लम आती है तुसी मैनू जरूर कॉन्टैक्ट करना है। इलैक्ट्रिसिटी जिहड़ा तुसी जाके +2 च बहुत डिटेल च पढ़ना है चैप्टर, थोड़ा बहुत तुसी 10th च किया होया, तुहानूं इस तरह ये नवा नहीं लगेगा, ये नहीं होएगा कि बिल्कुल समझ नहीं आ रहा हैगा। सरफेस लैवल ते तुसी ये थोड़े थोड़े जिहड़े हैगे टर्म्स पढ़िया हुई ने, इन्हां दे डायमेंशनस देख सकते हो। मैग्नेटिज्म देखो, ये टर्म्स तुहाडे लई सारियां नवीआं ने, कन्फ्यूज नहीं होना हैगा कि मैनूं तां मैगनैटिक डाइपोल मूवमेंट पता ही नहीं की है। बस इस वक्त तुसी ये याद रखना है पोल स्ट्रेंथ इंटू डाइपोल लेंथ, ठीक है। ऑप्टिक्स दी हैं नॉट इंपॉर्टेंट इन +1, ठीक है। हाँ जी, ये बच्चों तुसी जरूर अपने हथ नाल अपनी कापी ते जरूर करके देखना है, अदरवाइज तुहानूं समझ नहीं आएगा। जिथे भी कोई प्रॉब्लम आती है उसका स्क्रीनशॉट लैके मैनू सेंड करो, पूछो कि इत्थे इस तरह किवें आ गया, ठीक है। इस तो बाद अपना देखो डायमेंशनल एनालिसिस वाला चैप्टर पूरा हो गया। इस फर्स्ट यूनिट का अपना एक टॉपिक रह गया छोटा जा, सिग्निफिकेंट फिगर्स। तुसी इस तक जल्दी अपनी वीडियोज़ देख लो सारियां, तो इन्हां दे नोट्स बना लो। उस तो बाद आपां ये सिग्निफिकेंट फिगर्स वाला टॉपिक कंटिन्यू करांगे। टिल दैन टेक केयर, बाय।